ਹੈਲੋ एवरीवन आई एम एस पी ਬਰਾੜ। ਅੱਜ ਅਸੀਂ BA2 ਸਮੈਸਟਰ 3 ਦੀ ਹਿਸਟਰੀ ਆਫ ਇੰਡੀਆ ਜੋ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਿਲੇਬਸ ਵਿੱਚ ਲਗਾਈ ਹੈ ਦਾ ਪਹਿਲਾ ਚੈਪਟਰ ਬ੍ਰਿਟਿਸ਼ ਸ਼ਾਸਨ ਦੀ ਸਥਾਪਨਾ ਬਾਰੇ ਪੜਾਂਗੇ। ਸੋ ਸਟੂਡੈਂਟਸ, ਜਿਵੇਂ ਕਿ ਆਪਾਂ ਪਿਛਲੀ ਵੀਡੀਓ ਦੇ ਵਿੱਚ ਪਲਾਸੀ ਦੀ ਲੜਾਈ ਦੇ ਕਾਰਨ, ਸਿੱਟੇ ਅਤੇ ਮਹੱਤਵ ਬਾਰੇ ਪੜ੍ਹਿਆ ਸੀ, ਹੁਣ ਇਸ ਵੀਡੀਓ ਦੇ ਵਿੱਚ ਆਪਾਂ ਬਕਸਰ ਦੀ ਲੜਾਈ ਦੇ ਕਾਰਨ, ਸਿੱਟੇ ਅਤੇ ਮਹੱਤਵ ਬਾਰੇ ਪੜਾਂਗੇ। ਬਕਸਰ ਦੀ ਲੜਾਈ ਨੇ ਅੰਗਰੇਜ਼ਾਂ ਦੀ ਕਿਸਮਤ ਵਿੱਚ ਠੀਕ ਉਸੇ ਤਰ੍ਹਾਂ ਪਰਿਵਰਤਨ ਕੀਤਾ ਜਿਵੇਂ ਤਰਾਇਨ ਦੇ ਦੂਜੇ ਯੁੱਧ ਵਿੱਚ ਮੁਹੰਮਦ ਗੌਰੀ ਅਤੇ ਪਾਣੀਪਤ ਦੀ ਪਹਿਲੀ ਲੜਾਈ ਨੇ ਬਾਬਰ ਦੀ ਕਿਸਮਤ ਵਿੱਚ ਕੀਤਾ ਸੀ। ਬਕਸਰ ਦੀ ਲੜਾਈ ਦੇ ਸਿੱਟੇ ਵਜੋਂ ਅੰਗਰੇਜ਼ ਭਾਰਤ ਵਿੱਚ ਵਪਾਰੀ ਤੋਂ ਸ਼ਾਸਕ ਬਣ ਗਏ। ਉਹਨਾਂ ਦਾ ਬੰਗਾਲ ਉੱਤੇ ਕਬਜ਼ਾ ਹੋ ਗਿਆ ਅਤੇ ਭਾਰਤ ਵਿੱਚ ਜਿੱਤ ਲੈਣਾ ਉਹਨਾਂ ਲਈ ਪਹਿਲਾਂ ਨਾਲੋਂ ਜ਼ਿਆਦਾ ਆਸਾਨ ਹੋ ਗਿਆ। ਬਕਸਰ ਦੀ ਲੜਾਈ ਵਿੱਚ ਇੱਕ ਪਾਸੇ ਬੰਗਾਲ ਦੇ ਨਵਾਬ ਮੀਰ ਕਾਸਿਮ ਅਤੇ ਦੂਜੇ ਪਾਸੇ ਅੰਗਰੇਜ਼ ਸਨ। ਅਵਧ ਦੇ ਨਵਾਬ ਸੁਜਾਇਦੌਲਾ ਅਤੇ ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜੇ ਨੇ ਨਵਾਬ ਦਾ ਸਾਥ ਦਿੱਤਾ, ਪਰ ਨਵਾਬ ਹਾਰ ਗਿਆ। ਇਸ ਦੇ ਕਾਰਨ ਇਹ ਸੀ ਨਵਾਬ ਦੇ ਆਰਥਿਕ ਅਤੇ ਸੈਨਿਕ ਸੁਧਾਰ। 1760 ਈਸਵੀ ਵਿੱਚ ਅੰਗਰੇਜ਼ਾਂ ਨੇ ਮੀਰ ਕਾਸਿਮ ਨੂੰ ਮੀਰ ਜਾਫਰ ਦੀ ਥਾਂ 'ਤੇ ਬੰਗਾਲ ਦਾ ਨਵਾਬ ਬਣਾਇਆ। ਮੀਰ ਕਾਸਿਮ ਇੱਕ ਯੋਗ ਸ਼ਾਸਕ ਸੀ। ਆਪਣੇ ਖਾਲੀ ਖਜ਼ਾਨੇ ਨੂੰ ਭਰਨ ਲਈ ਉਸਨੇ ਕਈ ਆਰਥਿਕ ਸੁਧਾਰ ਕੀਤੇ। ਅਜਿਹੇ ਸਾਰੇ ਜ਼ਿਮੀਂਦਾਰਾਂ ਕੋਲੋਂ ਮਾਲੀਆ ਇਕੱਠਾ ਕੀਤਾ ਗਿਆ ਜੋ ਕਾਫੀ ਸਮੇਂ ਤੋਂ ਮਾਲੀਆ ਨਹੀਂ ਦੇ ਰਹੇ ਸੀ। ਭ੍ਰਿਸ਼ਟ ਅਧਿਕਾਰੀਆਂ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਉਹਨਾਂ ਦੀ ਥਾਂ 'ਤੇ ਯੋਗ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ। ਇਸ ਤੋਂ ਇਲਾਵਾ ਸੈਨਾ ਵਿੱਚ ਸੁਧਾਰ ਕੀਤੇ ਗਏ। ਉਹਨਾਂ ਨੇ ਮੁਰਸ਼ਿਦਾਬਾਦ ਦੀ ਬਜਾਏ ਮੁੰਗੇਰ ਨੂੰ ਆਪਣੀ ਰਾਜਧਾਨੀ ਬਣਾਇਆ। ਨਵੀਂ ਰਾਜਧਾਨੀ ਵਿੱਚ ਉਸਨੇ ਗੋਲਾ ਬਰੂਦ ਬਣਾਉਣ ਦਾ ਇੱਕ ਕਾਰਖਾਨਾ ਲਗਾਇਆ। ਇਸ ਦੇ ਇਹਨਾਂ ਸੁਧਾਰਾਂ ਅਤੇ ਕਾਰਜਾਂ ਨਾਲ ਅੰਗਰੇਜ਼ ਇਹ ਸਮਝਣ ਲੱਗੇ ਕਿ ਨਵਾਬ ਉਹਨਾਂ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਸੁਤੰਤਰ ਸ਼ਾਸਕ ਦੇ ਰੂਪ ਵਿੱਚ ਰਾਜ ਕਰਨਾ ਚਾਹੁੰਦਾ ਹੈ। ਉਹ ਕਿਸੇ ਵੀ ਕੀਮਤ 'ਤੇ ਬੰਗਾਲ ਨਹੀਂ ਛੱਡਣਾ ਚਾਹੁੰਦੇ ਸਨ, ਜਦ ਕਿ ਮੀਰ ਕਾਸਿਮ ਉਹਨਾਂ ਦਾ ਪਿੱਠੂ ਬਣ ਕੇ ਨਹੀਂ ਰਹਿਣਾ ਚਾਹੁੰਦਾ ਸੀ। ਇਸ ਲਈ ਅਜਿਹੀ ਸਥਿਤੀ ਵਿੱਚ ਦੋਹਾਂ ਵਿੱਚ ਯੁੱਧ ਹੋਣਾ ਲਾਜ਼ਮੀ ਸੀ। ਦੂਜਾ ਕਾਰਨ, ਰਾਮ ਨਰਾਇਣ ਨੂੰ ਹਟਾਉਣਾ। ਕਲਾਈਵ ਨੇ ਰਾਮ ਨਰਾਇਣ ਨੂੰ ਬਿਹਾਰ ਦਾ ਡਿਪਟੀ ਗਵਰਨਰ ਨਿਯੁਕਤ ਕੀਤਾ ਸੀ। ਉਹ ਅੰਗਰੇਜ਼ਾਂ ਦਾ ਹਾਮੀ ਸੀ। ਮੀਰ ਕਾਸਿਮ ਉਸ ਦੀ ਇਹ ਨੀਤੀ ਪਸੰਦ ਨਹੀਂ ਕਰਦਾ ਸੀ। ਇਸ ਤੋਂ ਇਲਾਵਾ ਮੀਰ ਕਾਸਿਮ ਦਾ ਇਹ ਵਿਚਾਰ ਸੀ ਕਿ ਰਾਮ ਨਰਾਇਣ ਭ੍ਰਿਸ਼ਟ ਆਚਰਣ ਵਾਲਾ ਹੈ। ਇਸ ਲਈ ਨਵਾਬ ਨੇ ਮੌਕਾ ਮਿਲਦੇ ਹੀ ਰਾਮ ਨਰਾਇਣ ਦੀ ਸਾਰੀ ਜਾਇਦਾਦ 'ਤੇ ਕਬਜ਼ਾ ਕਰ ਲਿਆ ਅਤੇ ਉਸ ਨੂੰ ਅਹੁਦੇ ਤੋਂ ਹਟਾ ਦਿੱਤਾ। ਇਸ ਘਟਨਾ ਨਾਲ ਮੀਰ ਕਾਸਿਮ ਅਤੇ ਅੰਗਰੇਜ਼ ਵਿਚਕਾਰ ਦੁਸ਼ਮਣੀ ਪਹਿਲਾਂ ਨਾਲੋਂ ਹੋਰ ਵੱਧ ਗਈ। ਤੀਜਾ ਕਾਰਨ, ਅੰਗਰੇਜ਼ਾਂ ਦੁਆਰਾ ਮੀਰ ਕਾਸਿਮ ਦੀ ਬੇਇੱਜ਼ਤੀ। ਮੀਰ ਕਾਸਿਮ ਨੇ ਪਟਨਾ ਪਹੁੰਚ ਕੇ ਰਾਮ ਨਰਾਇਣ ਨੂੰ ਅਹੁਦੇ ਤੋਂ ਹਟਾਇਆ ਸੀ, ਪਰ ਉਸ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਇੱਕ ਘਟਨਾ ਘਟੀ। ਮੁਗਲ ਸ਼ਹਿਜ਼ਾਦੇ ਅਲੀ ਗੌਹਰ ਨੇ ਬਿਹਾਰ ਵੱਲ ਕੂਚ ਕੀਤਾ, ਪਰ ਉਸ ਨੂੰ ਪਟਨਾ ਵਿੱਚ ਅੰਗਰੇਜ਼ ਸੈਨਾਪਤੀ ਨੇ 13 ਜਨਵਰੀ 1761 ਈਸਵੀ ਨੂੰ ਹਰਾ ਦਿੱਤਾ। ਉਸਨੇ ਅੰਗਰੇਜ਼ਾਂ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਭਾਰਤ ਦਾ ਰਾਜਾ ਐਲਾਨ ਕਰਨ। ਅਹਿਮਦ ਸ਼ਾਹ ਅਬਦਾਲੀ ਦੇ ਇਸ਼ਾਰੇ 'ਤੇ ਦਿੱਲੀ ਵਿਖੇ ਮੁਗਲ ਬਾਦਸ਼ਾਹ ਦੇ ਵਜ਼ੀਰ ਨੇ ਮੁਗਲ ਬਾਦਸ਼ਾਹ ਦਾ ਕਤਲ ਕਰ ਦਿੱਤਾ ਸੀ। ਇਸ ਲਈ ਅਲੀ ਗੌਹਰ ਨੂੰ ਉਸ ਦੀ ਥਾਂ 'ਤੇ ਮੁਗਲ ਬਾਦਸ਼ਾਹ ਬਣਾ ਦਿੱਤਾ ਗਿਆ। ਇਸ ਨਾਲ ਮੀਰ ਕਾਸਿਮ ਨੂੰ ਬਹੁਤ ਈਰਖਾ ਹੋਈ। ਇਸ ਤੋਂ ਇਲਾਵਾ ਪਟਨਾ ਪਹੁੰਚਣ 'ਤੇ ਅੰਗਰੇਜ਼ ਅਧਿਕਾਰੀਆਂ ਨੇ ਉਸ ਦੀ ਬੇਇੱਜ਼ਤੀ ਕੀਤੀ। ਨਗਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਅਤੇ ਸਿਰਫ ਅੰਗਰੇਜ਼ਾਂ ਦੀ ਮਨਜ਼ੂਰੀ ਨਾਲ ਹੀ ਲੋਕਾਂ ਨੂੰ ਨਗਰ ਵਿੱਚ ਆਉਣ ਜਾਣ ਦੀ ਆਗਿਆ ਸੀ। ਨਵਾਬ ਨੇ ਇਸ ਮਾਮਲੇ ਵਿੱਚ ਕਲਕੱਤਾ ਪ੍ਰੀਸ਼ਦ ਕੋਲ ਸ਼ਿਕਾਇਤ ਕੀਤੀ, ਪਰ ਕਿਸੇ ਨੇ ਉਸ ਵੱਲ ਧਿਆਨ ਨਾ ਦਿੱਤਾ। ਇਸ ਲਈ ਨਵਾਬ ਦੇ ਮਨ ਵਿੱਚ ਇਸ ਘਟਨਾ ਦਾ ਬਦਲਾ ਲੈਣ ਦੀ ਭਾਵਨਾ ਘਰ ਕਰ ਗਈ। ਦਾ ਕਾਰਨ ਸੀ ਗੁਮਾਸ਼ਤਿਆਂ ਦੁਆਰਾ ਸ਼ੋਸ਼ਣ। ਕੰਪਨੀ ਨੇ ਮਾਲ ਖਰੀਦਣ ਅਤੇ ਵੇਚਣ ਲਈ ਗੁਮਾਸ਼ਤੇ ਰੱਖੇ ਹੋਏ ਸਨ। ਉਹ ਆਪਣੀਆਂ ਚੀਜ਼ਾਂ ਨੂੰ ਮਹਿੰਗੀਆਂ ਕੀਮਤਾਂ 'ਤੇ ਵੇਚਦੇ ਸਨ ਅਤੇ ਆਮ ਲੋਕਾਂ ਦੇ ਮਾਲ ਨੂੰ ਘੱਟ ਤੋਂ ਘੱਟ ਕੀਮਤ 'ਤੇ ਖਰੀਦਦੇ ਸਨ। ਇਸ ਤੋਂ ਇਲਾਵਾ ਉਹ ਮਾਲ ਖਰੀਦਣ ਲਈ ਲੋਕਾਂ ਨੂੰ ਜ਼ਬਰਦਸਤੀ ਪੇਸ਼ਗੀ ਦਿੰਦੇ ਸਨ। ਜੇਕਰ ਕੋਈ ਪੇਸ਼ਗੀ ਲੈਣ ਤੋਂ ਇਨਕਾਰ ਕਰਦਾ ਤਾਂ ਉਸ ਨੂੰ ਛੈਂਟੇ ਮਾਰੇ ਜਾਂਦੇ। ਲੋਕਾਂ ਨੂੰ ਪੇਸ਼ਗੀ ਕਾਰਨ ਤਿਆਰ ਮਾਲ ਸਸਤੀ ਕੀਮਤ 'ਤੇ ਵੇਚਣਾ ਪੈਂਦਾ ਸੀ। ਕੋਈ ਗੁਮਾਸ਼ਤਿਆਂ ਦੇ ਚੰਪੜਾਸੀਆਂ ਨੂੰ ਵੀ ਨਹੀਂ ਕੁਝ ਕਹਿ ਸਕਦਾ ਸੀ। ਕਹਿਣ ਵਾਲਿਆਂ ਨੂੰ ਉਹਨਾਂ ਦੇ ਘਰ ਹੀ ਅਦਾਲਤ ਲਗਾ ਕੇ ਸਜ਼ਾ ਦੇ ਦਿੱਤੀ ਜਾਂਦੀ ਸੀ। ਨਵਾਬ ਇਹ ਕਦੋਂ ਤੱਕ ਸਹਿਣ ਕਰਦਾ ਕਿ ਉਸ ਦੀ ਪ੍ਰਜਾ ਇਸ ਤਰ੍ਹਾਂ ਅਸੁਰੱਖਿਅਤ ਹੋਵੇ। ਪੰਜਵਾਂ ਕਾਰਨ ਸੀ ਵਪਾਰਿਕ ਸਹੂਲਤਾਂ ਦੀ ਦੁਰਵਰਤੋਂ। 1717 ਈਸਵੀ ਦੇ ਇੱਕ ਸ਼ਾਹੀ ਫਰਮਾਨ ਦੁਆਰਾ ਅੰਗਰੇਜ਼ੀ ਕੰਪਨੀ ਨੂੰ ਬੰਗਾਲ ਵਿੱਚ ਚੁੰਗੀ ਕਰ ਤੋਂ ਬਿਨਾਂ ਸੁਤੰਤਰ ਵਪਾਰ ਕਰਨ ਦੀ ਆਗਿਆ ਦਿੱਤੀ ਗਈ ਸੀ, ਪਰ ਕੰਪਨੀ ਦੇ ਕਰਮਚਾਰੀ ਰਾਜਨੀਤਿਕ ਅਵਿਵਸਥਾ ਦਾ ਲਾਭ ਉਠਾ ਕੇ ਇਹਨਾਂ ਸਹੂਲਤਾਂ ਦੀ ਦੁਰਵਰਤੋਂ ਕਰਨ ਲੱਗੇ। ਇੱਕ ਤਾਂ ਉਹਨਾਂ ਨੇ ਕੰਪਨੀ ਦੇ ਨਾਂ 'ਤੇ ਨਿੱਜੀ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਦੂਜਾ, ਉਹ ਭਾਰਤੀ ਵਪਾਰੀਆਂ ਪਾਸੋਂ ਰਿਸ਼ਵਤ ਲੈ ਕੇ ਦਸਤਖਤ ਹੀ ਵੇਚਣ ਲੱਗ ਗਏ ਸੀ। ਸਿੱਟੇ ਵਜੋਂ ਨਵਾਬ ਨੂੰ ਚੁੰਗੀ ਕਰ ਦੇ ਰੂਪ ਵਿੱਚ ਪ੍ਰਾਪਤ ਹੋਣ ਵਾਲੀ ਆਮਦਨ ਲਗਭਗ ਖਤਮ ਹੋ ਗਈ ਸੀ। ਇਹ ਗੱਲ ਮੀਰ ਕਾਸਿਮ ਲਈ ਅਸਹਿ ਸੀ। ਉਸ ਨੇ ਅੰਗਰੇਜ਼ਾਂ ਨੂੰ ਦਿੱਤੇ ਗਏ ਵਿਸ਼ੇਸ਼ ਅਧਿਕਾਰਾਂ ਨੂੰ ਖੋਹਣਾ ਚਾਹਿਆ। ਇਸ ਕਾਰਨ ਦੋਹਾਂ ਵਿਚਕਾਰ ਯੁੱਧ ਦੇ ਹਾਲਾਤ ਪੈਦਾ ਹੋ ਗਏ। ਛੇਵਾਂ ਕਾਰਨ ਸੀ ਅੰਗਰੇਜ਼ ਵਪਾਰੀਆਂ ਪ੍ਰਤੀ ਪੱਖਪਾਤ। ਮੀਰ ਕਾਸਿਮ ਨੇ ਕੰਪਨੀ ਦੇ ਕਰਮਚਾਰੀਆਂ ਦੁਆਰਾ ਵਪਾਰਿਕ ਸਹੂਲਤਾਂ ਦੀ ਦੁਰਵਰਤੋਂ ਵਿਰੁੱਧ ਕਲਕੱਤਾ ਕੌਂਸਲ ਕੋਲ ਅਪੀਲ ਕੀਤੀ। ਕੌਂਸਲ ਦੇ 2 ਮੈਂਬਰਾਂ
ਵੈਂਸੀਟਾਟ ਅਤੇ ਵਾਰੇਨ ਹਸਟਿੰਗ ਨੇ ਉਸ ਦੀ ਅਪੀਲ ਨੂੰ ਉਚਿਤ ਠਹਿਰਾਇਆ। ਉਹਨਾਂ ਨੇ 1762 ਈਸਵੀ ਵਿੱਚ ਨਵਾਬ ਨਾਲ ਮੁੰਗੇਰ ਵਿਖੇ ਮੁਲਾਕਾਤ ਕੀਤੀ ਅਤੇ ਇੱਕ ਸਮਝੌਤਾ ਕੀਤਾ। ਇਸ ਦੇ ਅਨੁਸਾਰ ਇਹ ਨਿਸ਼ਚਿਤ ਹੋਇਆ ਕਿ ਕੰਪਨੀ ਦੇ ਮਾਲ ਉੱਤੇ ਕੋਈ ਚੁੰਗੀ ਕਰ ਨਹੀਂ ਲੱਗੇਗਾ, ਪਰ ਅੰਗਰੇਜ਼ਾਂ ਨੂੰ ਆਪਣੇ ਨਿੱਜੀ ਵਪਾਰ 'ਤੇ ਕਰ ਦੇਣਾ ਪਵੇਗਾ। ਪਰ ਅੰਗਰੇਜ਼ ਵਪਾਰੀਆਂ ਨੂੰ ਇਹ ਸਮਝੌਤਾ ਪਸੰਦ ਨਹੀਂ ਸੀ, ਕਿਉਂਕਿ ਉਹ ਚੁੰਗੀ ਕਰ ਦੇ ਰੂਪ ਵਿੱਚ ਇੱਕ ਪਾਈ ਵੀ ਦੇਣ ਨੂੰ ਤਿਆਰ ਨਹੀਂ ਸੀ। ਸਿੱਟੇ ਵਜੋਂ ਕੌਂਸਲ ਨੇ ਇਸ ਸਮਝੌਤੇ ਨੂੰ ਨਾਮਨਜ਼ੂਰ ਕਰ ਦਿੱਤਾ। ਕੌਂਸਲ ਦੇ ਮੈਂਬਰਾਂ ਦੀ ਇਸ ਕਾਰਵਾਈ ਨਾਲ ਨਵਾਬ ਅੰਗਰੇਜ਼ਾਂ ਦੇ ਪੂਰੀ ਤਰ੍ਹਾਂ ਵਿਰੁੱਧ ਹੋ ਗਿਆ। 7ਵਾਂ ਕਾਰਨ ਸੀ ਅੰਦਰੂਨੀ ਕਰਾਂ ਦਾ ਖਾਤਮਾ। ਅੰਗਰੇਜ਼ਾਂ ਦੀ ਹੈਂਕੜ ਤੋਂ ਤੰਗ ਆ ਕੇ ਮਾਰਚ 1763 ਈਸਵੀ ਵਿੱਚ ਮੀਰ ਕਾਸਮ ਨੇ ਇੱਕ ਘੋਸ਼ਣਾ ਦੁਆਰਾ ਸਭ ਲੋਕਾਂ ਕੋਲੋਂ ਵਪਾਰਿਕ ਕਰ ਲੈਣਾ ਬੰਦ ਕਰ ਦਿੱਤਾ। ਮੀਰ ਕਾਸਮ ਦੀ ਇਸ ਘੋਸ਼ਣਾ ਨਾਲ ਅੰਗਰੇਜ਼ ਭੜਕ ਉੱਠੇ। ਇਸ ਦਾ ਕਾਰਨ ਇਹ ਸੀ ਕਿ ਹੁਣ ਦੂਜੇ ਵਪਾਰੀਆਂ ਨੂੰ ਵੀ ਬਰਾਬਰ ਦਾ ਲਾਭ ਪਹੁੰਚਣ ਲੱਗਾ। ਉਹਨਾਂ ਨੇ ਫਿਰ ਤੋਂ ਉਸ ਨੂੰ ਕਰ ਲਗਾਉਣ ਲਈ ਕਿਹਾ, ਪਰ ਮੀਰ ਕਾਸਮ ਨੇ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਭਾਵੇਂ ਵੈਂਸੀਟਾਟ ਅਤੇ ਵਾਰੇਨ ਹਸਟਿੰਗਜ਼ ਦੀ ਹਮਦਰਦੀ ਨਵਾਬ ਨਾਲ ਸੀ, ਤਾਂ ਵੀ ਕੌਂਸਲ ਤੇ ਬਾਕੀ ਮੈਂਬਰਾਂ ਨੇ ਅੰਗਰੇਜ਼ ਵਪਾਰੀਆਂ ਨਾਲ ਅਲੱਗ ਵਿਵਹਾਰ ਦੀ ਮੰਗ ਕੀਤੀ। ਇਸ ਨਾਲ ਯੁੱਧ ਲਾਜ਼ਮੀ ਹੋ ਗਿਆ। 8ਵਾਂ ਕਾਰਨ ਸੀ ਪਟਨਾ ਦੀ ਘਟਨਾ। ਪਟਨਾ ਵਿੱਚ ਸਥਿਤ ਅੰਗਰੇਜ਼ੀ ਕਾਰਖਾਨੇ ਦਾ ਪ੍ਰਧਾਨ ਐਲਿਸ ਨਵਾਬ ਦੀ ਸੁਤੰਤਰ ਵਪਾਰ ਨੀਤੀ ਤੋਂ ਭੜਕ ਉੱਠਿਆ ਸੀ। 1763 ਈਸਵੀ ਵਿੱਚ ਉਸਨੇ ਪਟਨਾ 'ਤੇ ਕਬਜ਼ਾ ਕਰਨ ਦਾ ਯਤਨ ਕੀਤਾ। ਉਹ ਆਪਣੇ ਇਸ ਯਤਨ ਵਿੱਚ ਕੁਝ ਦੇਰ ਲਈ ਸਫਲ ਹੀ ਰਿਹਾ, ਪਰ ਨਵਾਬ ਦੀਆਂ ਸੈਨਾਵਾਂ ਨੇ ਉਸੇ ਦਿਨ ਪਟਨਾ ਵਾਪਸ ਲੈ ਲਿਆ ਅਤੇ ਲਗਭਗ 200 ਅੰਗਰੇਜ਼ਾਂ ਨੂੰ ਕੈਦ ਕਰ ਲਿਆ। ਉਧਰ ਕਲਕੱਤਾ ਕੌਂਸਲ ਨੇ ਮੀਰ ਜਾਫਰ ਨੂੰ ਮੁੜ ਕਲਕੱਤਾ ਦਾ ਨਵਾਬ ਘੋਸ਼ਿਤ ਕਰ ਦਿੱਤਾ। ਇਹਨਾਂ ਘਟਨਾਵਾਂ ਨਾਲ ਨਵਾਬ ਮੀਰ ਕਾਸਮ ਅਤੇ ਅੰਗਰੇਜ਼ ਵਿਚਕਾਰ ਯੁੱਧ ਛਿੜ ਗਿਆ। ਜੂਨ 1763 ਈਸਵੀ ਵਿੱਚ ਮੇਜਰ ਐਡਮਜ਼ ਨੂੰ ਨਵਾਬ ਵਿਰੁੱਧ ਭੇਜਿਆ ਗਿਆ। ਉਸਨੇ ਨਵਾਬ ਨਾਲ ਅਨੇਕਾਂ ਲੜਾਈਆਂ ਲੜੀਆਂ। ਇਹਨਾਂ ਲੜਾਈਆਂ ਵਿੱਚੋਂ ਕਟਵਾ, ਸੂਤੀ, ਗਿਰਿਆ ਅਤੇ ਉਦੈਨਾਲਾ ਦੀਆਂ ਲੜਾਈਆਂ ਖਾਸ ਤੌਰ 'ਤੇ ਵਰਣਨਯੋਗ ਹਨ। ਉਦੈਨਾਲਾ ਦੀ ਥਾਂ 'ਤੇ ਨਵਾਬ ਦੀ ਸੈਨਾ ਬੁਰੀ ਤਰ੍ਹਾਂ ਹਾਰ ਗਈ। ਆਪਣੀ ਸਥਿਤੀ ਕਮਜ਼ੋਰ ਹੁੰਦੀ ਵੇਖ ਕੇ ਮੀਰ ਕਾਸਮ ਪਟਨਾ ਵੱਲ ਚਲਾ ਗਿਆ। ਉੱਥੇ ਉਸ ਨੂੰ ਨਿਰਾਸ਼ਾ ਅਤੇ ਗੁੱਸੇ ਦੀ ਹਾਲਤ ਵਿੱਚ ਕੈਦੀ ਬਣਾਏ 200 ਅੰਗਰੇਜ਼ਾਂ ਨੂੰ ਨਿਰਦੈਨਤਾ ਨਾਲ ਮਰਵਾ ਦਿੱਤਾ। ਉਸੇ ਦੌਰਾਨ ਐਡਮਜ਼ ਅੰਗਰੇਜ਼ੀ ਸੈਨਾ ਸਹਿਤ ਪਟਨਾ ਪਹੁੰਚ ਗਿਆ। ਉੱਥੇ ਵੀ ਉਸ ਨੇ ਨਵਾਬ ਦੀ ਸੈਨਾ ਨੂੰ ਬੁਰੀ ਤਰ੍ਹਾਂ ਹਰਾਇਆ ਅਤੇ ਪਟਨਾ 'ਤੇ ਕਬਜ਼ਾ ਕਰ ਲਿਆ। ਮੀਰ ਕਾਸਮ ਉੱਥੋਂ ਜਾਨ ਬਚਾ ਕੇ ਦੌੜ ਗਿਆ। ਘਟਨਾਵਾਂ। ਪਟਨਾ ਤੋਂ ਦੌੜਦੇ ਮੀਰ ਕਾਸਮ ਅਵਧ ਦੇ ਨਵਾਬ ਸੁਜਾਉਦੌਲਾ ਕੋਲ ਜਾ ਪਹੁੰਚਿਆ। ਇਸੇ ਸਮੇਂ ਮੁਗਲ ਬਾਦਸ਼ਾਹ ਸ਼ਾਹ ਆਲਮ ਵੀ ਉੱਥੇ ਆਪਣਾ ਜਲਾਵਤਨੀ ਦਾ ਜੀਵਨ ਗੁਜ਼ਾਰ ਰਿਹਾ ਸੀ। ਮੀਰ ਕਾਸਮ ਨੂੰ ਸੁਜਾਉਦੌਲਾ ਅਤੇ ਮੁਗਲ ਬਾਦਸ਼ਾਹ ਸ਼ਾਹ ਆਲਮ ਦੀ ਸਹਾਇਤਾ ਨਾਲ ਦੁਬਾਰਾ ਗੱਦੀ ਪ੍ਰਾਪਤ ਕਰਨ ਦੀ ਯੋਜਨਾ ਬਣਾਈ। ਉਸ ਨੇ ਸੁਜਾਉਦੌਲਾ ਨੂੰ ਉਸ ਦੀ ਸੈਨਾ ਦੇ ਖਰਚ ਲਈ 11 ਲੱਖ ਰੁਪਇਆ ਹਰ ਰੋਜ਼ ਦੇਣ ਦਾ ਲਾਲਚ ਦਿੱਤਾ। ਉਂਝ ਵੀ ਸੁਜਾਉਦੌਲਾ ਇੱਕ ਅਬਲਾਖੀ ਵਿਅਕਤੀ ਸੀ। ਉਹ ਬੰਗਾਲ ਵਿੱਚ ਆਪਣੀ ਸ਼ਕਤੀ ਵਧਾਉਣ ਦੀ ਇੱਛਾ ਨਾਲ ਮੀਰ ਕਾਸਮ ਦੀ ਸਹਾਇਤਾ ਲਈ ਤਿਆਰ ਹੋ ਗਿਆ। ਮੀਰ ਕਾਸਮ ਨੇ ਮੁਗਲ ਬਾਦਸ਼ਾਹ ਸ਼ਾਹ ਆਲਮ ਨੂੰ ਵੀ ਆਪਣੇ ਨਾਲ ਮਿਲਾ ਲਿਆ। ਤਿੰਨਾਂ ਦੀ ਮਿਸ਼ਰਤ ਸੈਨਾ ਨੇ, ਜਿਨ੍ਹਾਂ ਦੀ ਗਿਣਤੀ 40,000 ਸੀ, ਪਟਨਾ ਨੂੰ ਘੇਰੇ ਵਿੱਚ ਲੈ ਲਿਆ। ਪਰ ਵਰਖਾ ਰੁੱਤ ਸ਼ੁਰੂ ਹੋਣ 'ਤੇ ਉਹਨਾਂ ਨੇ ਬਕਸਰ ਦੇ ਮੈਦਾਨ ਵਿੱਚ ਡੇਰਾ ਲਾ ਲਿਆ। ਇਸ ਸੈਨਾ ਦਾ ਸਾਹਮਣਾ ਕਰਨ ਲਈ ਅੰਗਰੇਜ਼ ਸੈਨਾਪਤੀ ਮੇਜਰ ਮੁਨਰੇ ਤੋਂ ਆਪਣੇ 7,000 ਸੈਨਿਕਾਂ ਸਹਿਤ ਬਕਸਰ ਪਹੁੰਚ ਗਿਆ। 22 ਅਕਤੂਬਰ 1764 ਈਸਵੀ ਨੂੰ ਦੋਹਾਂ ਪੱਖਾਂ ਵਿੱਚ ਭਿਅੰਕਰ ਯੁੱਧ ਹੋਇਆ। ਇਸ ਵਿੱਚ ਅੰਗਰੇਜ਼ਾਂ ਦੇ 847 ਸੈਨਿਕ ਅਤੇ ਦੂਜੇ ਪਾਸੇ ਦੇ 2,000 ਸੈਨਿਕ ਮਾਰੇ ਗਏ। ਮੀਰ ਕਾਸਮ ਦੀ ਸੈਨਾ ਨੇ ਸ਼ੁਰੂ ਵਿੱਚ ਅੰਗਰੇਜ਼ਾਂ ਨੂੰ ਬੁਰੀ ਤਰ੍ਹਾਂ ਖਦੇੜਿਆ, ਪਰ ਸ਼ਾਹ ਆਲਮ ਦੇ ਅੰਗਰੇਜ਼ਾਂ ਨਾਲ ਮਿਲ ਜਾਣ ਕਾਰਨ ਅੰਗਰੇਜ਼ਾਂ ਦੀ ਸ਼ਕਤੀ ਫਿਰ ਵੱਧ ਗਈ। ਹਾਰ ਦੇ ਸ਼ੰਕੇ ਵਿੱਚ ਸੁਜਾਉਦੌਲਾ ਦੀ ਮੀਰ ਕਾਸਮ ਦਾ ਸਾਥ ਛੱਡ ਕੇ ਰੁਹੇਲਖੰਡ ਦੌੜ ਗਿਆ। ਇਹਨਾਂ ਹਾਲਤਾਂ ਵਿੱਚ ਮੀਰ ਕਾਸਮ ਲਈ ਅੰਗਰੇਜ਼ਾਂ ਦਾ ਸਾਹਮਣਾ ਕਰਨਾ ਔਖਾ ਹੋ ਗਿਆ। ਇਸ ਲਈ ਉਸਨੇ ਵੀ ਦੌੜ ਜਾਣਾ ਹੀ ਉਚਿਤ ਸਮਝਿਆ। ਅੰਗਰੇਜ਼ਾਂ ਨੇ ਅੱਗੇ ਵੱਧ ਕੇ ਚੁਨਾਰ ਅਤੇ ਇਲਾਹਾਬਾਦ ਉੱਤੇ ਵੀ ਕਬਜ਼ਾ ਕਰ ਲਿਆ। 1765 ਈਸਵੀ ਦੀ ਇਲਾਹਾਬਾਦੀ ਸੰਧੀ ਦੁਆਰਾ ਇਹ ਯੁੱਧ ਖਤਮ ਹੋ ਗਿਆ। ਬਕਸਰ ਦੀ ਲੜਾਈ ਦਾ ਅੰਤ ਅੰਗਰੇਜ਼ਾਂ, ਸੁਜਾਉਦੌਲਾ ਅਤੇ ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜੇ ਵਿਚਾਲੇ 1765 ਈਸਵੀ ਵਿੱਚ ਇਲਾਹਾਬਾਦੀ ਸੰਧੀ ਨਾਲ ਹੋਇਆ। ਇਸ ਸੰਧੀ ਅਨੁਸਾਰ ਸੁਜਾਉਦੌਲਾ ਨੂੰ 50 ਲੱਖ ਰੁਪਏ ਦੇ ਬਦਲੇ ਅਵਧ ਦਾ ਇਲਾਕਾ ਵਾਪਸ ਕਰ ਦਿੱਤਾ ਗਿਆ। ਕੰਪਨੀ ਨੂੰ ਅਵਧ ਵਿੱਚ ਬਿਨਾਂ ਕਰ ਵਪਾਰ ਕਰਨ ਦੀ ਇਜਾਜ਼ਤ ਮਿਲ ਗਈ। ਨਵਾਬ ਨੇ ਅਵਧ ਵਿੱਚ ਅੰਗਰੇਜ਼ੀ ਫੌਜ ਰੱਖਣੀ ਅਤੇ ਉਸ ਦਾ ਪੂਰਾ ਖਰਚਾ ਦੇਣਾ ਮੰਨ ਲਿਆ। ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜੇ ਨੂੰ 26 ਲੱਖ ਰੁਪਇਆ ਸਾਲਾਨਾ ਪੈਨਸ਼ਨ ਦਿੱਤੀ ਗਈ। ਅਵਧ ਦੇ ਨਵਾਬ ਤੋਂ ਕੜਾ ਅਤੇ ਇਲਾਹਾਬਾਦ ਦੇ ਇਲਾਕੇ ਲੈ ਕੇ ਸ਼ਾਹ ਆਲਮ ਨੂੰ ਦਿੱਤੇ ਗਏ। ਸ਼ਾਹ ਆਲਮ ਨੇ 1765 ਈਸਵੀ ਵਿੱਚ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਅੰਗਰੇਜ਼ਾਂ ਨੂੰ ਦੇ ਦਿੱਤੀ। ਇਹਨਾਂ 3 ਸੂਬਿਆਂ ਵਿੱਚ ਅੰਗਰੇਜ਼ਾਂ ਨੂੰ ਕਰ ਇਕੱਠਾ ਕਰਨ ਅਤੇ ਨਿਆਂ ਕਰਨ ਦਾ ਅਧਿਕਾਰ ਮਿਲ ਗਿਆ। ਸਿੱਟੇ। ਬਕਸਰ ਦੀ ਲੜਾਈ ਦੇ ਬੜੇ ਮਹੱਤਵਪੂਰਨ ਸਿੱਟੇ ਨਿਕਲੇ। ਇਸ ਲੜਾਈ ਨੇ ਪਲਾਸੀ ਦੇ ਅਧੂਰੇ ਛੱਡੇ ਕੰਮਾਂ ਨੂੰ ਪੂਰਾ ਕੀਤਾ। ਬੰਗਾਲ, ਬਿਹਾਰ, ਉੜੀਸਾ ਅਤੇ ਅਵਧ ਵਿੱਚ ਅੰਗਰੇਜ਼ਾਂ ਦਾ ਪ੍ਰਭਾਵ ਬਹੁਤ ਵੱਧ ਗਿਆ। ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜਾ ਵੀ ਅੰਗਰੇਜ਼ਾਂ ਦੇ ਪ੍ਰਭਾਵ ਅਧੀਨ ਆ ਗਿਆ। ਅਸਲ ਵਿੱਚ ਬਕਸਰ ਦੀ ਲੜਾਈ ਤੋਂ ਬਾਅਦ ਅੰਗਰੇਜ਼ਾਂ ਦਾ ਪ੍ਰਭਾਵ ਦਿੱਲੀ ਤੱਕ ਵੱਧ ਗਿਆ ਸੀ। ਪਲਾਸੀ ਦੀ ਲੜਾਈ ਜਿੱਥੇ ਅੰਗਰੇਜ਼ਾਂ ਨੇ ਧੋਖੇ ਨਾਲ ਜਿੱਤੀ ਸੀ, ਉੱਥੇ ਇਸ ਲੜਾਈ ਵਿੱਚ ਅੰਗਰੇਜ਼ਾਂ ਦੀ ਜਿੱਤ ਦਾ ਸਿਹਰਾ ਉਹਨਾਂ ਦੀ ਚੰਗੀ ਸਿੱਖਿਅਤ ਫੌਜ ਨੂੰ ਪ੍ਰਾਪਤ ਹੈ। ਬਕਸਰ ਦੀ ਲੜਾਈ ਤੋਂ ਬਾਅਦ ਅੰਗਰੇਜ਼ਾਂ ਦੇ ਸਾਧਨਾਂ ਵਿੱਚ ਬਹੁਤ ਵਾਧਾ ਹੋਇਆ।
ਇਸ ਕਾਰਨ ਭਾਰਤ ਵਿੱਚ ਅੰਗਰੇਜ਼ਾਂ ਨੂੰ ਆਪਣੀ ਸਥਿਤੀ ਨੂੰ ਵਧੇਰੇ ਮਜ਼ਬੂਤ ਕਰਨ ਦਾ ਮੌਕਾ ਮਿਲਿਆ। ਬਕਸਰ ਦੀ ਲੜਾਈ ਦੇ ਸਿੱਟੇ ਵਜੋਂ ਭਾਰਤ ਉੱਤੇ ਕਬਜ਼ਾ ਕਰਨ ਲਈ ਅੰਗਰੇਜ਼ਾਂ ਦਾ ਰਾਹ ਖੁੱਲ੍ਹ ਗਿਆ। ਡਾਕਟਰ ਜੀ.ਐਸ. ਛਾਬੜਾ ਦੇ ਅਨੁਸਾਰ ਪਲਾਸੀ ਤੋਂ ਬਾਅਦ ਅੰਗਰੇਜ਼ਾਂ ਦੁਆਰਾ ਪ੍ਰਾਪਤ ਕੀਤੀਆਂ ਗਈਆਂ ਸਫਲਤਾਵਾਂ ਨੂੰ ਬਕਸਰ ਨੇ ਸੰਗਠਿਤ ਕੀਤਾ। ਇਸ ਤਰ੍ਹਾਂ ਨਾਲ ਬਕਸਰ ਦੀ ਜਿੱਤ ਤੋਂ ਬਿਨਾਂ ਪਲਾਸੀ ਦਾ ਕੰਮ ਅਧੂਰਾ ਰਹਿਣਾ ਸੀ। ਇਸ ਸਬੰਧ ਵਿੱਚ ਇੱਕ ਹੋਰ ਇਤਿਹਾਸਕਾਰ ਡਾਕਟਰ ਪ੍ਰਕਾਸ਼ ਚੰਦਰ ਦਾ ਕਹਿਣਾ ਹੈ ਕਿ ਜਿਵੇਂ ਅਕਬਰ ਨਾ ਕਿ ਬਾਬਰ ਭਾਰਤ ਵਿੱਚ ਮੁਗਲ ਸਾਮਰਾਜ ਦਾ ਅਸਲ ਮੋਢੀ ਸੀ, ਠੀਕ ਉਸੇ ਤਰ੍ਹਾਂ ਬਕਸਰ ਨਾ ਕਿ ਪਲਾਸੀ ਨੇ ਅੰਗਰੇਜ਼ਾਂ ਨੂੰ ਬੰਗਾਲ ਦਾ ਅਸਲ ਮਾਲਕ ਬਣਾਇਆ। ਸੋ ਇਹ ਸੀ ਬਕਸਰ ਦੀ ਲੜਾਈ ਬਾਰੇ। ਅਗਲੀ ਵੀਡੀਓ ਦੇ ਵਿੱਚ ਅਸੀਂ ਕਲਾਈਵ ਦੀ ਗਵਰਨਰਸ਼ਿਪ ਬਾਰੇ ਪੜਾਂਗੇ। ਥੈਂਕ ਯੂ।